दविंदर सिंह जी वाइस प्रेसिडेंट रहे जी बाहर एसोसिएशन से बोले एडवोकेट ਤੁਸੀਂ ਨਾਲ ਹੋ ਜਾਓ 1 ਮਿੰਟ। ਇੱਕ ਬਾਣੀ ਵਾਲੇ ਨੂੰ ਪਾਓ आओ पीछे सच दी गल पीछे हो सर एक मिनट बाणी वाले हो पीछे हटो थोड़ा जी थोड़ा करके आओ थोड़ा पीछे सरदार साहब पीछे आगे पोला जी आगे ਹੁਣ 1 ਮਿੰਟ नाल ले भाई पीछे होके करो ना सारे दी फोटो प्लीज घेरा बड़ा करो बाणी साहब सर्कल बड़ा कर लो जी और हो जाओ दो शब्द कहने ने खाली इन्हां दे बारे, ठीक है? करो दो शब्द आओ लेट करो बड़े बड़े ये फड़ के ये फड़लाइयो ये मानसा दी गल सुन लो प्रधान साहब एक फोटो ले लो 2-3 ना फिर उस तो बाद वीडियो ले लो पहले फोटो खींच लो वीडियो ले ली फोटो ले ली सारे ले ली चलो चलो लड़ा ठीक है जरूर पढ़ लो। हाँ मैं लैन लगे सर लैन अपने भी लो आ लो जी एक सरदार साहब फोटो करो उसी फोटो खींच लो फोटो खींचो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ ਕਿ ਜਦੋਂ ਦਾ ਇਹ ਐਜੀਟੇਸ਼ਨ ਤਾਂ ਨਹੀਂ ਕਹਿ ਸਕਦਾ, ਇੱਕ ਸਵਾਲ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਵੱਲੋਂ ਪੁੱਛਿਆ ਜਾ ਰਿਹਾ ਸੀ ਕਿ ਮੈਨੂੰ ਇੱਥੋਂ ਕਿਉਂ ਰੋਕਿਆ ਗਿਆ ਹੈ, ਔਰ ਇੱਕ ਨੋਟਿਸ ਜਿਹੜਾ ਦਿੱਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਦੀ ਤਰਫ ਤੋਂ ਕਿ ਐਮਰਜੈਂਸੀ ਲਗਾਈ ਹੋਈ ਹੈ ਜਾਂ 144 ਇੰਪੋਜ਼ ਕੀਤੀ ਹੋਈ ਹੈ, ਉਸ ਚੀਜ਼ ਨੂੰ ਦੇਖਦੇ ਹੋਏ ਜਦੋਂ ਨੋਟਿਸ ਦਿੱਤਾ ਗਿਆ ਸੀ ਤੇ ਇਹਨਾਂ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਇੱਕ ਕਿਸਮ ਦਾ ਮੈਂ ਕਹਾਂ ਤੇ ਉਹਨੂੰ ਚੈਲੰਜ ਕੀਤਾ ਗਿਆ ਸੀ ਉਸ ਨੋਟਿਸ ਨੂੰ ਸੈਸ਼ਨ ਕੋਰਟ ਦੇ ਅੰਦਰ। ਲੇਕਿਨ ਉਸ ਤੋਂ ਬਾਅਦ ਜਦੋਂ ਹੀ ਚੈਲੰਜ ਕੀਤਾ ਤੇ ਇੱਕ ਬਾਰ ਐਸੋਸੀਏਸ਼ਨ ਦਾ ਇੱਕ ਨੋਟਿਸ ਆਂਦਾ ਹੈ ਕਿ ਆਪਾਂ ਕੋਈ ਵੀ ਸਾਡੇ ਕਠੂਆ ਡਿਸਟ੍ਰਿਕਟ ਦੇ ਵਿੱਚ ਜਿਹੜੇ ਲਾਇਰ ਹੈਗੇ ਨੇ ਕੋਈ ਵੀ ਲੀਗਲ ਏਡ ਨਹੀਂ ਪ੍ਰੋਵਾਈਡ ਕੀਤੀ ਜਾਏਗੀ। ਸਰਦਾਰ ਸਿਮਰਜੀਤ ਸਿੰਘ ਜੀ ਮਾਨ ਨੂੰ ਬੇहद ਮਾਣ ਦੀ ਗੱਲ ਹੈ ਜਿਹੜੇ ਤੁਸੀਂ ਇਸ ਵਕਤ ਦੋ ਚਿਹਰੇ ਦੇਖ ਰਹੇ ਹੋ, ਇਹ ਵੀ ਕੋਰਟ ਦੇ ਵਿੱਚ ਰੋਲ ਨਿਭਾਉਂਦੇ ਹਨ। ਅਗਰ ਮੈਂ ਗੱਲ ਕਰਾਂ ਕਨਸਟੀਟਿਊਸ਼ਨ ਦੇ ਦਾਇਰੇ ਦੇ ਵਿੱਚ ਅਗਰ ਇਹਨਾਂ ਦਾ ਇੱਕ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਇਹਨਾਂ ਨੇ ਉਸ ਫੈਸਲੇ ਨੂੰ ਵੀ ਚੈਲੰਜ ਕਰ ਦਿੱਤਾ ਜਿਹੜਾ ਕਿ ਬਾਰ ਐਸੋਸੀਏਸ਼ਨ ਨੇ ਦਿੱਤਾ ਸੀ ਕਿ ਕਿਉਂ ਤੁਸੀਂ ਕਨਸਟੀਟਿਊਸ਼ਨਲ ਦੇ ਦਾਇਰੇ ਦੇ ਵਿੱਚ ਹੁੰਦੇ ਹੋਏ ਤੁਹਾਡੇ ਲਈ ਨਾ ਕੋਈ ਰਿਲੀਜੀਅਨ ਮੈਟਰ ਕਰਦਾ ਹੈ ਨਾ ਤੇ ਕੋਈ ਧਰ ਜਿਹੜਾ ਜਾਂ ਧੀਰ ਜਿਹੜਾ ਉਹ ਮੈਟਰ ਕਰਦਾ, ਤੁਹਾਡੇ ਲਈ ਮੈਟਰ ਕਰਦਾ ਉਹ ਹੈ ਕਨਸਟੀਟਿਊਸ਼ਨ ਦਾ ਦਾਇਰਾ ਤੁਸੀਂ ਕਿੱਦਾਂ ਪ੍ਰੋਵਾਈਡ ਕਰਨਾ ਹੈ, ਚਾਹੇ ਉਹ ਇਸ ਦੇਸ਼ ਦੇ ਵਿੱਚ ਵਸਦਾ ਹੋਏ, ਕੋਈ ਵੀ ਰਿਲੀਜਨ ਤੋਂ ਜੁੜਿਆ ਹੋਇਆ ਜਾਂ ਤੇ ਫਿਰ ਕਿਸੇ ਵੀ ਧਿਰ ਨਾਲ ਜੁੜਿਆ ਹੋਇਆ। ਹੁਣ ਮੈਂ ਚਾਹਾਂਗਾ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿਨ੍ਹਾਂ ਨੇ ਇਹਨਾਂ ਦੀ ਕਮੇਟੀ ਵੱਲੋਂ ਤੇ ਜਿੰਨੇ ਵੀ ਸੰਗਤ ਇੱਥੇ ਖੜੀ ਹੈ ਉਹਨਾਂ ਦੇ ਵੱਲੋਂ ਅੱਜ ਸਰੋਪਾਤ ਦਿੱਤੀ ਗਈ ਹੈ ਇਹਨਾਂ ਦੇ ਬੁਲੰਦ ਹੌਸਲਿਆਂ ਨੂੰ ਦੇਖਦੇ ਹੋਏ, ਕਿਉਂਕਿ ਇਹਨਾਂ ਨੇ ਨਾ ਹੀ ਕੇਵਲ ਅਗਰ ਮੈਂ ਗੱਲ ਕਹਿੰਦਾ ਮੈਨੂੰ ਕੋਈ ਦੁਹਰਾਈ ਨਹੀਂ ਹੈ ਕਿ ਸਿਰਫ ਸਿੱਖ ਹੋਣ ਦਾ ਫਰਜ਼ ਅਦਾ ਕੀਤਾ ਬਲਕਿ ਇੱਕ ਇਨਸਾਨ ਹੋਣ ਦਾ ਇਨਸਾਨੀਅਤ ਦੇ ਪ੍ਰਤੀ ਆਪਣਾ ਫਰਜ਼ ਅਦਾ ਕੀਤਾ ਹੈ। ਕਿਉਂਕਿ ਅਗਰ ਕੱਲ ਨੂੰ ਐਸੇ ਫੈਸਲੇ ਫਿਰ ਤੋਂ ਆਉਂਦੇ ਹਨ ਕਿ ਇੱਕ ਰਿਲੀਜਨ ਨੂੰ ਦੇਖ ਕੇ ਐਸੋਸੀਏਸ਼ਨ ਜਿਹੜੀਆਂ ਹਨ ਕੇਸ ਲੜਦੀਆਂ ਹਨ, ਫਿਰ ਇਹ ਐਸੇ ਵੀਰ ਅੱਗੇ ਨੂੰ ਆਣਗੇ ਤੇ ਜ਼ਰੂਰ ਚੁਣੌਤੀ ਦੇਣਗੇ ਐਸੇ ਆਰਡਰਾਂ ਨੂੰ ਆਪਣੀ ਸਮਝਦੇ ਹੋਏ ਜਿਹੜੇ ਮਨੁੱਖੀ ਅਧਿਕਾਰ ਹਨ। ਸਭ ਤੋਂ ਪਹਿਲਾਂ ਤਾਂ ਮੈਂ ਇਕਬਾਣੀ ਚੈਨਲ ਤੇ ਤੁਹਾਡਾ ਜੀ ਆਇਆਂ ਕਰਦਾ ਹਾਂ ਸਾਰਿਆਂ ਨੂੰ ਹੀ, ਅਤੇ ਮੈਂ ਹੁਣ ਜ਼ਰੂਰ ਚਾਹਾਂਗਾ ਕਿ ਪ੍ਰਤੀਕਿਰਿਆ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਉਹ ਖੁਦ ਵੀ ਉਹਨਾਂ ਦਾ ਇੱਕ ਬੈਕਗ੍ਰਾਉਂਡ ਇਦਾਂ ਦਾ ਹੀ ਹੈ ਕਿ ਉਹ ਕਿੱਦਾਂ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਇਹਨਾਂ ਦੀ ਪੁਰਜੋਰ ਸ਼ਾਬਾਸ਼ ਕਰਦੇ ਹਨ। ਮੈਂ ਜ਼ਰੂਰ ਤੁਹਾਡੀ ਉਹ ਲੈਣਾ ਚਾਹਾਂਗਾ। ਸਾਨੂੰ ਤਾਂ ਕੋਈ ਆਸ ਨਹੀਂ ਸੀ ਜੀ ਕਿ ਇਹ ਸਾਡੀ ਅੱਜ ਦੇ ਦਿਨ ਫਤਿਹ ਹੋਊਗੀ, ਪਰ ਸਰਦਾਰ ਪਵਨ ਸਿੰਘ ਨੇ ਤੇ ਦਵਿੰਦਰਪਾਲ ਸਿੰਘ ਜੀ ਨੇ ਦੋਨੋਂ ਜਿਹੜੇ ਵਕੀਲ ਮੇਰੇ ਖੱਬੇ ਤੇ ਸੱਜੇ ਖੜੇ ਹੈ, ਇਹਨਾਂ ਨੇ ਅੱਜ ਇਹੋ ਜਿਹੀ ਦਲੀਲ ਦੇ ਨਾਲ ਗੱਲ ਕੀਤੀ ਹੈ। ਮਿਸਟਰ ਗੁਪਤਾ ਵੀ ਸਾਡੇ ਵਕੀਲ ਸੀਗੇ ਕਿ ਇਹਨਾਂ ਨੇ ਕੋਰਟ ਨੂੰ ਅਦਾਲਤ ਨੂੰ ਹਿਲਾ ਕੇ ਰੱਖਤਾ ਕਿ ਜਿਹੜਾ ਮੇਰੇ ਤੇ ਜੰਮੂ ਐਂਡ ਕਸ਼ਮੀਰ ਤੋਂ ਬਾਹਰ ਨਿਕਲਦਾ ਆਰਡਰ ਡੀਸੀ ਨੇ ਦਿੱਤਾ ਸੀ ਉਹਦੇ ਖਿਲਾਫ ਇਹਨਾਂ ਨੇ ਬਹੁਤ ਦਲੀਲ ਦੇ ਨਾਲ ਸੰਵਿਧਾਨ ਦੇ ਤੌਰ ਦੇ ਉੱਤੇ ਦਲੀਲ ਦੇ ਕੇ ਜਿਹੜੇ ਸੈਸ਼ਨ ਜੱਜ ਹੈ ਉਹਨਾਂ ਤੋਂ ਅੱਜ
ਇੱਕ ਇੰਟਰਮ ਆਰਡਰ ਲਿਆ ਹੈ ਕਿ ਕੱਲ ਫੈਸਲਾ ਹੋਊਗਾ ਪੂਰਾ ਅਦਾਲਤ ਦਾ, ਜਿਹਦਾ ਮਤਲਬ ਹੈ ਕਿ ਅੱਜ ਦੀ ਰਾਤ ਸਾਡੀ ਜਿੱਤ ਹੋ ਗਈ ਹੈ। ਤੇ ਇੱਕ ਮੁਹਾਵਰਾ ਹੈਗਾ ਕਿ ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਊਗੀ। ਮੇਰੇ ਲਈ ਅੱਜ ਦੀ ਰਾਤ ਹੈਗੀ ਹੈ ਖੈਰ ਮਨਾਉਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਚਾਹਾਂਗਾ ਕਿ ਵੀਰ ਜੀ ਹੋਰਾਂ ਦੇ ਵੀ ਪ੍ਰਤੀਕਿਰਿਆ ਜ਼ਰੂਰ ਲਵਾਂ। ਇਹ ਆਈਡੀਅਲ ਨੇ ਸਮਾਜ ਦੇ ਲਈ ਕਿ ਅਗਰ ਜੁਡੀਸ਼ਰੀ ਦੇ ਅੰਡਰ ਕੋਈ ਵੀ ਕੇਸ ਫਾਈਲ ਹੁੰਦਾ ਹੈ ਤੇ ਉਹ ਦਾ ਮਨੁੱਖੀ ਅਧਿਕਾਰ ਹੈ। ਇਹ ਤੁਸੀਂ ਅੱਜ ਸਾਬਿਤ ਕਰ ਦਿੱਤਾ ਹੈ। ਮੈਂ ਤਾਂ ਸ਼ਾਬਾਸ਼ਯੋਗ ਜਿਹੜੀ ਸੰਗਤਾਂ ਵੀ ਲਾਈਵ ਦੇਖ ਰਹੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ, ਉਹ ਤੁਹਾਡੀ ਵੀ ਸ਼ਲਾਘਾ ਕਰ ਰਹੀਆਂ। ਸਿਰਫ ਇਸ ਨਾਤੇ ਨਹੀਂ ਕਿ ਤੁਸੀਂ ਇੱਕ ਗੁਰਸਿੱਖ ਹੋ, ਬਲਕਿ ਇਸ ਨਾਤੇ ਕਿ ਤੁਸੀਂ ਇੱਕ ਗੁਰਸਿੱਖ ਹੋਣ ਦੇ ਬਾਅਦ ਇੱਕ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ। ਇਹ ਜਿਹੜਾ ਹੁਣ ਇਹ ਕਠੂਆ ਦੀ ਹਿਸਟਰੀ ਦੇ ਵਿੱਚ ਲਿਖਿਆ ਜਾ ਰਿਹਾ ਹੈ। ਹੁਣ ਮੈਂ ਚਾਹਾਂਗਾ ਕਿ ਦਰਸ਼ਕਾਂ ਦੀ ਉਮੀਦ ਤੋਂ ਉਚੇਚੇ ਤੌਰ ਤੋਂ ਜਦੋਂ ਆਪਾਂ ਪਹਿਲੇ ਨਿਊਜ਼ ਪਹੁੰਚਾਈ ਸੀ ਤੇ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਉਹਨਾਂ ਦੇ ਨਾਮ ਜ਼ਰੂਰ ਮੈਂਸ਼ਨ ਕਰਨੇ ਹੈਗੇ ਨੇ ਕਿ ਜਿਨ੍ਹਾਂ ਨੇ ਇਹ ਕਾਬਿਲੇ ਤਾਰੀਫ ਕੰਮ ਕੀਤਾ। ਬਾਰ ਐਸੋਸੀਏਸ਼ਨ ਦੇ ਅੰਡਰ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਹੀ ਚੈਲੰਜ ਰੱਖ ਦਿੱਤਾ ਅਤੇ ਕਹਿੰਦੇ ਨਾ ਕਿ ਇੱਕ ਸਤੰਭ ਹੁੰਦਾ ਕਨਸਟੀਟਿਊਸ਼ਨ ਦਾ ਕਿਸੇ ਵੀ ਦੇਸ਼ ਦੇ, ਇੱਕ ਲੋਕਤਾਂਤਰਿਕ ਦੇਸ਼ ਦੇ ਅੰਦਰ, ਉਹ ਤੁਸੀਂ ਅੱਜ ਸਤੰਭ ਬਣੇ ਉਸ ਚੀਜ਼ ਦਾ। ਤੇ ਹੁਣ ਮੈਂ ਚਾਹਾਂਗਾ ਕਿ ਤੁਸੀਂ ਦੋ ਸ਼ਬਦ ਸਾਰੇ ਹੀ ਇਕਬਾਣੀ ਚੈਨਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਵਸੇ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਓ। ਸਭ ਤੋਂ ਪਹਿਲਾਂ ਮੈਂ ਤੁਹਾਡਾ ਵੀ ਜੀ ਆਇਆਂ ਨੂੰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ, ਸਤਿਕਾਰਯੋਗ ਮਾਨ ਸਾਹਿਬ ਨੇ ਜਿਹੜੀ ਪਟੀਸ਼ਨ ਲਾਈ ਹੈਗੀ ਹੈ, ਰਿਵੀਜ਼ਨ ਪਟੀਸ਼ਨ, ਜਿਹਦੇ ਵਿੱਚ ਉਹਨਾਂ ਨੇ ਆਰਡਰ ਜੋ ਡੀਐਮ ਸਾਹਿਬ ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਸਾਹਿਬ ਨੇ ਕੱਢਿਆ ਸੀਗਾ 144 ਇੰਪੋਜ਼ ਕੀਤੀ ਸੀਗੀ ਤੇ ਇਹਨਾਂ ਨੂੰ ਇੱਥੇ ਪਾਬੰਦ ਕਰ ਲਿਆ ਸੀਗਾ, ਉਹਨੂੰ ਉਹਨਾਂ ਨੇ ਚੈਲੰਜ ਕੀਤਾ ਹੈ ਬਿਫੋਰ ਦਾ ਲਰਨ ਸੈਸ਼ਨ ਕੋਰਟ ਕਠੂਆ। ਅੱਜ ਉਹਦੀ ਫਸਟ ਹੀਅਰਿੰਗ ਸੀ, ਅੱਜ ਪ੍ਰੈਜੈਂਟੇਸ਼ਨ ਹੋਈ ਹੈਗੀ ਹੈ ਤੇ ਅੱਜ ਜੱਜ ਸਾਹਿਬ ਨੇ ਉਹਨੂੰ ਕੰਸੀਡਰ ਕੀਤਾ ਹੈਗਾ ਤੇ ਲੇਕਿਨ ਚੂੰਕਿ ਕੁਝ ਫਾਈਨਲ ਆਰਡਰ ਉਹਦੇ ਚ ਨਹੀਂ ਹਲੇ ਪਾਸ ਹੋਇਆ ਤੇ ਫਾਈਲ ਨੂੰ ਅਡਜਰਨ ਕੀਤਾ ਹੈਗਾ ਕੱਲ ਵਾਸਤੇ। ਚੂੰਕਿ ਫਾਈਲ ਕੱਲ ਨੂੰ ਮਤਲਬੀ ਹੋਈ ਹੈ ਤੇ ਕੱਲ ਉਹਦੇ ਵਿੱਚ ਡਿਸੀਜਨ ਆਏਗਾ। ਉਮੀਦ ਕਰਦੇ ਹਾਂ ਕਿ ਡਿਸੀਜਨ ਜਿਹੜਾ ਉਹ ਮਾਨ ਸਾਹਿਬ ਜੀ ਦੇ ਹੱਕ ਚ ਆਏ। ਕਿਉਂਕਿ ਇਹ ਇੱਕ ਸਿਟੀਜ਼ਨ ਹਨ, ਸਭ ਤੋਂ ਪਹਿਲੇ ਤੇ ਇੱਕ ਸਿਟੀਜ਼ਨ ਹਨ ਇੰਡੀਆ ਦੇ, ਉਸ ਤੋਂ ਬਾਅਦ ਇੱਕ MP ਹਨ, ਸਿਟਿੰਗ MP ਹਨ। ਤੇ ਮੈਂ ਸਮਝਦਾ ਕਿ ਜੋ ਰਾਈਟਸ, ਲੀਗਲ ਰਾਈਟਸ ਜੋ ਅਵੇਲੇਬਲ ਹੈਗੀਆਂ ਇਹਨਾਂ ਨੂੰ, ਉਹਦੇ ਵਾਸਤੇ ਪੂਰੀ ਜਦੋਜਹਿਦ ਨਾਲ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਲੜਨਗੇ ਔਰ ਚਾਹੇ ਇਹਨਾਂ ਨੂੰ ਕਿਸੇ ਹੋਰ ਫੋਰਮ ਦੇ ਅੱਗੇ ਵੀ ਜਾਣਾ ਪਏਗਾ, ਇਹ ਉਹਦੇ ਕੋਲ ਵੀ ਜਾਣਗੇ ਕਿਉਂਕਿ ਆਪਣੇ ਰਾਈਟਸ ਵਾਸਤੇ ਲੜਨਾ ਮੈਂ ਸਮਝਦਾ ਕਿ ਕੋਈ ਗਲਤ ਗੱਲ ਨਹੀਂ ਹੈਗੀ ਹੈ। ਤੇ ਬਿਲਕੁਲ, ਹੁਣ ਮੈਂ ਅਗਲਾ ਸਵਾਲ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਮੈਂ ਹੁਣ ਇਸ ਟੌਪਿਕ ਤੋਂ ਹਟ ਕੇ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜੋ ਕਿ ਬੇहद ਜ਼ਰੂਰੀ ਹੈ। ਮੈਂ ਗੱਲ ਅੱਜ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਦੀ ਨਹੀਂ ਕਰਾਂਗਾ, ਮੈਂ ਬਾਕੀਆਂ ਦੀ ਵੀ ਕਰਾਂਗਾ। ਜੇਕਰ ਕੋਈ ਹੋਰ ਚਿਹਰਾ, ਕੋਈ ਸ਼ਖਸ ਅਗਰ ਕੋਰਟ ਦੇ ਵਿੱਚ ਆਂਦਾ ਆਪਣੀ ਅਗਰ ਉਹਦੇ ਨਾਲ ਕੋਈ ਅਤਿਆਚਾਰ ਹੋਇਆ ਜਾਂ ਕੁਝ ਵੀ ਚੀਜ਼ ਨੂੰ ਚੈਲੰਜ ਕਰਨ ਦੇ ਲਈ ਕੋਰਟ ਦੇ ਵਿੱਚ, क्या ਅੱਗੇ ਤੋਂ ਵੀ ਅਗਰ ਐਸੇ ਬਿਨਾਂ ਸੋਚੇ ਸਮਝੇ ਆਰਡਰ ਪਾਸ ਕੀਤੇ ਜਾਂਦੇ ਹਨ ਬਾਰ ਐਸੋਸੀਏਸ਼ਨ ਦੀ ਤਰਫ ਤੋਂ, क्या ਇੱਕ ਤੁਸੀਂ ਮਿਸਾਲ ਬਣੇ ਉਹਨਾਂ ਦੇ ਲਈ? ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਿਉਂਕਿ ਬਾਰ ਐਸੋਸੀਏਸ਼ਨ ਵੀ ਇੱਕ ਹਿੱਸਾ ਹੁੰਦੀ ਹੈ ਸੋਸਾਇਟੀ ਦਾ, ਇੱਕ ਲੀਗਲ ਪ੍ਰੋਵੀਜ਼ਨ ਮੈਂ ਕਹਾਂ ਅਗਰ ਕਿਸੇ ਨੂੰ ਦੇਣ ਦੇ ਲਈ, ਉਹਦੇ ਬਾਰੇ ਵਿੱਚ ਤੁਹਾਡਾ ਕੀ ਖਿਆਲ ਹੈ? ਕਿਉਂਕਿ ਹੁਣ ਮੈਨੂੰ ਲੱਗਦਾ ਕਿ ਤੁਸੀਂ ਸ਼ੁਰੂਆਤ ਕੀਤੀ ਹੈ, ਹੁਣ ਇਹ ਵੀ ਅੱਗੇ ਨੂੰ ਵੀ ਦੇਖਣ ਨੂੰ ਮਿਲੇਗਾ ਕਿ ਲੋਕਾਂ ਦੇ ਨਾਲ ਇਨਸਾਫ ਜਿਹੜਾ ਉਹ ਜ਼ਰੂਰ ਕੋਰਟ ਦੇ ਵਿੱਚ ਹੋਏ, ਕਿਉਂਕਿ ਉਹ ਇੱਕ ਮੈਂ ਕਹਿੰਦਾ ਆਸ ਹੁੰਦੀ ਹੈ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਇੱਕ ਕੋਰਟ ਦੇ ਉੱਪਰ, ਕਿਉਂਕਿ ਉਹ ਬਿਲਕੁਲ ਨਿਸ਼ਪਕਸ਼ ਜਾਂਚ ਕਰਦੀ ਹੈ। ਇਸ ਦੇ ਬਾਰੇ ਵਿੱਚ ਕੀ ਕਹਿਣਾ? ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਲੀਗਲ ਫੈਟਰਨਿਟੀ ਦਾ ਮੈਂਬਰ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਕੋਈ ਵੀ ਸਾਡੇ ਕੋਲ ਅਪਰੋਚ ਕਰਦਾ ਹੈਗਾ ਤੇ ਅਸੀਂ ਉਹਨੂੰ ਲੀਗਲ ਜੋ ਵੀ ਐਡਵਾਈਸ ਹੈਗੀ ਹੈ ਉਹਨੂੰ ਅਸੀਂ ਦੇਈਦਾ ਔਰ ਅਸੀਂ ਦੇਣੀ ਹੈ, ਅੱਗੇ ਤੋਂ ਵੀ ਦੇਣੀ ਹੈ। ਤੇ ਜੋ ਕੱਲ ਨੋਟਿਸ ਨਿਕਲਿਆ ਸੀਗਾ ਇੱਕ ਬਾਰ ਐਸੋਸੀਏਸ਼ਨ ਦੀ ਤਰਫੋਂ, ਉਹਦੇ ਵਿੱਚ ਮੈਂ ਥੋੜਾ ਕਲੀਅਰ ਵੀ ਕਰਦੇ ਹਾਂ ਕਿ ਬਾਰ ਐਸੋਸੀਏਸ਼ਨ ਦਾ ਇੰਟਰਪ੍ਰੀਟੇਸ਼ਨ ਉਹਦੇ 'ਚ ਇਹ ਸੀਗੀ ਕਿ ਬਾਰ ਐਸੋਸੀਏਸ਼ਨ ਕਠੂਆ ਜਿਹੜੀ ਹੈ ਉਹ ਫੁੱਲੀ ਇਹਦੇ ਕਾਉਂਸਲ ਨਹੀਂ ਹੈਗੇ ਆ, ਔਰ ਜੋ ਕਾਉਂਸਲ ਇਹਨਾਂ ਨੇ ਅਪਾਇੰਟ ਕੀਤੇ ਸੀਗੇ TN ਗੁਪਤਾ ਸਾਹਿਬ, ਉਹੀ ਇਹਨਾਂ ਨੂੰ ਉਹਦੇ ਨੂੰ ਕੰਟੈਸਟ ਕਰੇ ਕਰਦੇ ਕਿਉਂਕਿ ਵਕਾਲਤਨਾਮਾ TN ਗੁਪਤਾ ਸਾਹਿਬ ਦਾ ਹੀ ਲੱਗਿਆ ਹੈਗਾ ਪਟੀਸ਼ਨ ਦੇ ਵਿੱਚ। ਔਰ ਜੋ ਪਟੀਸ਼ਨ ਅੱਜ ਕੋਰਟ ਨੇ ਹੇਅਰ ਕੀਤੀ ਹੈ ਉਹਦੇ 'ਚ ਵੀ TN ਗੁਪਤਾ ਸਾਹਿਬ ਹੀ ਪ੍ਰੈਜ਼ੈਂਟ ਹੋਏ ਹਨ ਔਰ ਉਹਨਾਂ ਨੇ ਉਹਦੇ ਵਿੱਚ ਆਪਣੀ ਦਲੀਲ ਰੱਖੀ ਹੈਗੀ ਮਾਨ ਸਾਹਿਬ ਦੀ ਤਰਫੋਂ, ਔਰ ਮੈਂ ਸਮਝਦਾ ਕਿ ਜੋ ਦਲੀਲ ਉਹਨਾਂ ਨੇ ਰੱਖੀ ਹੈਗੀ ਮਾਨ ਸਾਹਿਬ ਦੀ ਤਰਫੋਂ ਉਹ ਬਿਲਕੁਲ ਜਾਇਜ਼ ਦਲੀਲ ਹੈਗੀ ਹੈ। ਤੇ ਆਰਡਰ ਜਿਹੜਾ ਉਹ ਰਿਵਾਈਜ਼ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਨੂੰ ਫਿਰ ਤੋਂ ਵਿਚਾਰ ਕਰ ਲੈਣੀ ਚਾਹੀਦੀ ਹੈ ਤੇ ਆਰਡਰ ਰਿਵਾਈਜ਼ ਕਰਨਾ ਚਾਹੀਦਾ। ਬਹੁਤ ਹੀ ਬੜੇ ਪਿਆਰ ਸਤਿਕਾਰ ਨਾਲ ਜਿਹੜਾ ਇਹ ਫੈਸਲਾ ਕਰਾਉਣ ਲਈ ਜਦੋਜਹਿਦ ਕਰ ਰਹੇ ਨੇ ਐਡਵੋਕੇਟ ਸਾਹਿਬਾਨ, ਧੰਨਵਾਦ ਹੈ। ਤੇ ਇਹਦੇ ਨਾਲ ਹੀ ਕਠੂਆ ਅਤੇ ਜੰਮੂ
ਕਸ਼ਮੀਰ ਦੀਆਂ ਸੰਗਤਾਂ ਦੀ ਮੰਗ ਤੇ ਮੈਂ ਸਰਦਾਰ ਮਾਨ ਸਾਹਿਬ ਨੂੰ ਬੇਨਤੀ ਕਰਦਾ, ਸਾਰੇ ਹੀ ਸਿੱਖ ਆਗੂਆਂ ਵੱਲੋਂ, ਸਾਰੇ ਹੀ ਸੰਗਤ ਵੱਲੋਂ, ਕਿ ਜਿਹੜੇ ਇੱਕ ਬਾਣੀ ਚੈਨਲ ਦੇ ਸਾਡੇ ਨੌਜਵਾਨ ਵੀਰ ਨੇ, ਜਿਹੜੇ ਕਿਸੇ ਜਾਣਕਾਰੀ ਦੇ ਮਹਿਤਾਜ ਨਹੀਂ, ਜਿਹੜੀ ਸਾਡੀ ਆਵਾਜ਼ ਹੈ ਉਹਨੂੰ ਲਗਾਤਾਰ ਇੰਟਰਨੈਸ਼ਨਲ ਲੈਵਲ ਦੇ ਪੱਧਰ ਤੇ ਪਹੁੰਚਾ ਰਹੇ ਨੇ, ਉਹਨਾਂ ਦਾ ਸਨਮਾਨ ਕਰਨ ਲਈ ਮੈਂ ਸਰਦਾਰ ਮਾਨ ਸਾਹਿਬ ਨੂੰ ਨਿਮਰਤਾ ਸਹਿਤ ਸਮੁੱਚੇ ਹਾਊਸ ਵੱਲੋਂ ਬੇਨਤੀ ਕਰਾਂਗਾ ਕਿ ਸਰਦਾਰ ਹਰਮਿੰਦਰ ਸਿੰਘ ਜੀ ਇੱਕ ਬਾਣੀ ਚੈਨਲ ਦੇ ਜਿਹੜੇ ਬਹੁਤ ਵਧੀਆ ਤਰੀਕੇ ਨੂੰ ਚਲਾ ਰਹੇ ਨੇ, ਉਹਨਾਂ ਦਾ ਸਨਮਾਨ ਕਰਨ। ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ, ਵਾਹ ਜੀ ਵਾਹ, ਬੋਲੇ ਸੋ ਨਿਹਾਲ। ਫੋਟੋ ਲੈ ਲਓ ਜੀ ਨੌਜਵਾਨੋ, ਇੱਕ ਜਣਾ ਬਿਲਕੁਲ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿਉਂਕਿ ਐਜ਼ ਅ ਰਿਸਪੌਂਸਿਬਲ ਮੈਂ ਬਿਲਕੁਲ ਇਹ ਚੀਜ਼ ਦਾਅਵੇ ਨਾਲ ਕਹਿਣਾ ਚਾਹਾਂਗਾ ਕਿਉਂਕਿ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਦਰਸ਼ਕਾਂ ਤੱਕ ਬਿਲਕੁਲ ਕਲੀਅਰ ਰਿਪੋਰਟ ਆਪਾਂ ਕਰਨੀ ਹੈ, ਕਿਉਂਕਿ ਸਾਡਾ ਵੀ ਫਰਜ਼ ਬਣਦਾ ਹੈ ਇਸ ਪੂਰੀ ਸੁਸਾਇਟੀ ਦੇ ਵਿੱਚ ਰਹਿੰਦਿਆਂ ਮਨੁੱਖੀ ਅਧਿਕਾਰਾਂ ਨੂੰ ਕਿੱਦਾਂ ਕਰਨਾ ਹੈ। ਮੈਂ ਫਿਰ ਸਾਰੀ ਸੰਗਤ ਦਾ ਹੱਥ ਜੋੜ ਕੇ ਨਿਮਰਤਾ ਸਹਿਤ ਤੁਹਾਡਾ ਉਹ ਕਹਿੰਦਾ ਧੰਨਵਾਦ ਕਰਦਾ, ਕਿਉਂਕਿ ਤੁਹਾਡੇ ਹੀ ਆਸਰੇ ਅਗਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਗਰ ਆਵਾਜ਼ ਸੁਣੀ ਜਾ ਰਹੀ ਹੈ, ਭਰੋਸੇ ਦੀ ਇਹ ਵੀ ਜ਼ਰੂਰਤ ਹੈ, ਕਿਉਂਕਿ ਕਹਿੰਦੇ ਨਾ ਕਨਸਟੀਟਿਊਸ਼ਨ ਦਾ ਜਿਹੜਾ ਚੌਥਾ ਸਤੰਭ ਆ ਉਹ ਮੀਡੀਆ ਹੀ ਹੁੰਦੀ ਹੈ। ਸਾਡਾ ਵੀ ਫਰਜ਼ ਬਣਦਾ ਹੈ। ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ। ਇੱਥੇ ਰੁਕ ਜਾਓ, ਹੋ ਪਿੱਛੇ ਨੂੰ ਭਾਜੀ, ਗਰਾਊਂਡ ਖੋਲਾ ਕਰ ਦਿਓ। ਆਓ ਵੀਰੇ ਪਿੱਛੇ, ਅੱਗੇ ਪਿੱਛੇ ਹੋ ਜਾਓ, ਹੋਰ ਪਿੱਛੇ ਹੋ ਜਾਓ, ਹੋਰ ਪਿੱਛੇ ਹੋ ਜਾਓ, ਆ ਜਾਓ ਆਓ ਪਿੱਛੇ ਨੂੰ ਆ ਜਾਓ, ਆਓ ਥੋੜਾ ਜਿਹਾ ਭਾਈ, ਮੈਨੂੰ ਬੰਦ ਹੀ ਕਰ ਦਿਓ, ਕਰ ਦਿਓ ਬੰਦ, ਆਹ ਨੂੰ ਬੰਦ ਕਰ ਦਿਓ, ਤੁਸੀਂ ਆ ਜਾਓ ਨਾਲ। ਹੁਣ ਅੱਗੇ ਦੇ ਵੀ ਆਪਾਂ ਜ਼ਰੂਰ ਵਿਜ਼ੂਅਲਸ ਤੁਹਾਡੇ ਤੱਕ ਲਾਈਵ ਪਹੁੰਚਾਉਂਦੇ ਰਵਾਂਗੇ, ਕਿਉਂਕਿ ਪਰਸੋਂ ਤੋਂ ਹੀ ਲਾਈਵ ਆਪਾਂ ਸਾਰੇ ਅਪਡੇਟ ਪਹੁੰਚਾ ਰਹੇ ਹਾਂ, ਕਿਉਂਕਿ ਜਿੰਨੀ ਵੀ ਸੰਗਤ ਸਾਰੀ ਲਾਈਵ ਵੇਖ ਰਹੀ ਹੈ ਤਾਂ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਜਿਹੜੇ ਆਪਣਾ ਪ੍ਰਤੀਕਿਰਿਆ ਹਰ ਇੱਕ ਮੁੱਦੇ ਦੇ ਉੱਤੇ ਦੇ ਰਹੇ ਹਨ। ਅੱਗੇ ਦੀ ਵੀ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਇੰਨਾ ਹੀ ਕਹਿੰਦਾ ਹੋਇਆ ਤੁਹਾਡੇ ਤੋਂ ਅਲਵਿਦਾ ਮੰਗਦਾ ਹਾਂ। ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।